हाँ जी स्टूडेंट्स, ਤੁਹਾਡਾ ਸਭ ਦਾ ਸਵਾਗਤ ਹੈ ਸਮਾਰਟ ਸਟਾਰਟ ਅਕੈਡਮੀ ਦੇ YouTube ਚੈਨਲ ਕੀ 0.05 ਦੇ ਵਿੱਚ। ਆਪਾਂ ETT ਕੈਡਰ 994 ਪੋਸਟਾਂ ਦੀ ਪ੍ਰੈਪਰੇਸ਼ਨ ਸਟਾਰਟ ਕੀਤੀ ਹੋਈ ਹੈ। ਪੋਲੀਟੀਕਲ ਸਾਇੰਸ ਦੇ ਆਪਾਂ 2 ਟੌਪਿਕ ख़त्म कर चुके हैं। पहला टॉपिक अपना लोकतंत्र के बारे सी ते दूसरा टॉपिक अपना भारतीय लोकतंत्र की स्थापना ਅਤੇ ਸਰੂਪ ਬਾਰੇ ਸੀ, ਜਿਹਦੇ ਵਿੱਚ ਆਪਾਂ ਭਾਰਤੀ ਸੰਵਿਧਾਨ ਬਾਰੇ ਤੇ ਪ੍ਰਸਤਾਵਨਾ ਬਾਰੇ ਪੜ੍ਹਿਆ ਸੀ। ਅੱਜ ਆਪਾਂ ਭਾਰਤੀ ਸੰਵਿਧਾਨ ਦੀ ਜੋ ਪ੍ਰਸਤਾਵਨਾ ਹੈ ਉਹਦੇ ਨਾਲ ਰਿਲੇਟਡ ਕੁਝ MCQs ਡਿਸਕਸ ਕਰਾਂਗੇ। ਤਾਂ ਚਲੋ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਤੇ ਕਲਿੱਕ ਕਰ ਦਿਓ। ਐਂਡ ਜਿਹੜੇ ਬੱਚੇ ਹਜੇ ਤੱਕ ਸਾਡੇ WhatsApp ਗਰੁੱਪ ਨੂੰ ਨਹੀਂ ਜੁਆਇਨ ਕਰ ਪਾਏ ਉਹ ਸਕਰੀਨ ਤੇ ਦਿੱਤੇ ਹੋਏ ਨੰਬਰਸ ਤੇ ਕੰਟੈਕਟ ਕਰ ਸਕਦੇ ਹੈ ਤੇ ਸਾਨੂੰ WhatsApp ਗਰੁੱਪ ਵਿੱਚ ਵੀ ਜੁਆਇਨ ਕਰ ਸਕਦੇ ਹੈ। ਤਾਂ ਚਲੋ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। MCQ ਸਟਾਰਟ ਕਰਨ ਤੋਂ ਪਹਿਲਾਂ ਆਪਣਾ ਸਿਰਫ ਇੱਕ ਛੋਟਾ ਜਿਹਾ ਸਬ ਟੌਪਿਕ ਬਾਕੀ ਸੀ, ਜਿਹਦੇ ਵਿੱਚ ਆਪਾਂ ਭਾਰਤੀ ਸੰਵਿਧਾਨ ਦੀਆਂ ਕੁਝ ਵਿਸ਼ੇਸ਼ਤਾਵਾਂ ਬਾਰੇ ਜਾਣਾਂਗੇ। ਤਾਂ ਉਹ ਕੰਪਲੀਟ ਕਰਕੇ ਆਪਾਂ MCQ ਸਟਾਰਟ ਕਰਾਂਗੇ। ਚਲੋ ਦੇਖੋ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਆਪਾਂ ਲੋਕਤੰਤਰ ਬਾਰੇ ਤੇ ਸੰਵਿਧਾਨ ਬਾਰੇ ਪੜ੍ਹ ਚੁੱਕੇ ਸੀ ਤੇ ਹੁਣ ਆਪਾਂ ਦੇਖਦੇ ਹਾਂ ਕਿ ਇਹੋ ਜਿਹੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹੈ, ਕਿਹੜੇ ਫੀਚਰਸ ਹੈ ਜੋ ਸਿਰਫ ਭਾਰਤੀ ਸੰਵਿਧਾਨ ਵਿੱਚ ਹੀ ਮਿਲਦੇ ਆ ਜਾਂ ਭਾਰਤੀ ਸੰਵਿਧਾਨ ਦੀ ਸਪੈਸ਼ਲਿਟੀ ਕੀ ਹੈ। ਤਾਂ ਸਭ ਤੋਂ ਪਹਿਲਾਂ ਦੇਖੋ, ਲਿਖਤੀ ਸੰਵਿਧਾਨ ਹੈ। ਕਈ ਦੇਸ਼ਾਂ ਦਾ ਸੰਵਿਧਾਨ ਲਿਖਤੀ ਨਹੀਂ ਹੈ, ਜਿਵੇਂ UK ਦਾ ਸੰਵਿਧਾਨ ਲਿਖਤੀ ਨਹੀਂ ਹੈ। ਉਹ ਕੀ ਹੈ, ਵੈਸੇ ਹੀ ਬਸ ਸਭ ਨੂੰ ਜਾਣਕਾਰੀ ਹੈ ਉਸ ਸੰਵਿਧਾਨ ਬਾਰੇ, ਬਟ ਉਹ ਰਿਟਨ ਫਾਰਮ ਦੇ ਵਿੱਚ ਨਹੀਂ ਹੈ। ਪਰ ਜੋ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਹੈ ਉਹ ਕੀ ਹੈ, ਰਿਟਨ ਫਾਰਮ ਦੇ ਵਿੱਚ ਹੈ। ਦੁਨੀਆ ਦਾ ਸਭ ਤੋਂ ਲੰਬਾ ਤੇ ਵਿਸਤ੍ਰਿਤ ਸੰਵਿਧਾਨ ਮੰਨਿਆ ਜਾਂਦਾ ਹੈ। ਜੋ ਭਾਰਤੀ ਕੌਨਸਟੀਟਿਊਸ਼ਨ ਹੈ ਉਸ ਕੌਨਸਟੀਟਿਊਸ਼ਨ ਨੂੰ ਹੀ ਦੁਨੀਆ ਦਾ ਸਭ ਤੋਂ ਲੰਬਾ ਤੇ ਵਿਸਤ੍ਰਿਤ ਸੰਵਿਧਾਨ ਕਿਹਾ ਜਾਂਦਾ ਹੈ। ਕਈ ਸਰੋਤਾਂ ਤੋਂ ਲਿਆ ਗਿਆ ਸੰਵਿਧਾਨ ਹੈ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਭਾਰਤੀ ਸੰਵਿਧਾਨ ਬਣਾਉਣ ਦੇ ਸਮੇਂ 60 ਦੇਸ਼ਾਂ ਦਾ ਸੰਵਿਧਾਨ ਪੜ੍ਹਿਆ ਗਿਆ ਸੀ। ਉਹਨਾਂ 60 ਦੇਸ਼ਾਂ ਦੇ ਸੰਵਿਧਾਨ ਵਿੱਚੋਂ ਜੋ ਫੀਚਰਸ ਅੱਛੇ ਲੱਗੇ ਸੀ ਉਹਨਾਂ ਸਾਰੇ ਫੀਚਰਸ ਨੂੰ ਆਪਣੇ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤਾ ਗਿਆ ਸੀ। ਸੋ ਜੋ ਆਪਣਾ ਭਾਰਤੀ ਸੰਵਿਧਾਨ ਹੈ ਇਹਦੇ ਬਹੁਤ ਸਾਰੇ ਸਰੋਤ ਹੈ। ਕਠੋਰ ਤੇ ਲਚਕੀਲਾ ਸੰਵਿਧਾਨ। ਆਪਾਂ ਇਹ ਵੀ ਪੜ੍ਹਿਆ ਕਿ ਜੋ ਭਾਰਤੀ ਸੰਵਿਧਾਨ ਹੈ ਉਹ ਨਾ ਹੀ ਜ਼ਿਆਦਾ ਕਠੋਰ ਹੈ ਨਾ ਹੀ ਕੀ ਹੈ ਲਚਕੀਲਾ। ਉਹਦੇ ਵਿੱਚ ਦੋਨੋਂ ਚੀਜ਼ਾਂ ਸ਼ਾਮਿਲ ਹੈ। ਸਿਚੁਏਸ਼ਨ ਦੇ ਅਕੋਰਡਿੰਗ ਇਹ ਕਠੋਰ ਵੀ ਹੋ ਸਕਦਾ ਹੈ। ਜਦੋਂ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਸਾਰੇ ਨਾਗਰਿਕਾਂ ਦੇ ਕੀ ਹੈ ਫੰਡਾਮੈਂਟਲ ਰਾਈਟਸ ਜਿਹੜੇ ਉਹ ਸਸਪੈਂਡ ਹੋ ਜਾਂਦੇ ਆ, ਯਾਨੀ ਆਪਦੀ ਰਿਜਿਡ ਕਠੋਰ ਫਾਰਮ ਵਿੱਚ ਆ ਜਾਂਦਾ ਹੈ। ਵੈਸੇ ਇਹ ਕੀ ਹੈ ਲਚਕੀਲਾ ਹੈ, ਬਹੁਤ ਫਲੈਕਸੀਬਲ ਹੈ, ਯਾਨੀ ਇਹਦੇ ਵਿੱਚ ਸੋਧ ਕਰਨੀ ਕੀ ਹੈ ਆਸਾਨ ਹੈ। ਬਿੱਲ ਕੋਈ ਵੀ ਕਾਨੂੰਨ ਬਣਾਉਣਾ ਆਸਾਨ ਹੈ। ਸੋ ਭਾਰਤੀ ਸੰਵਿਧਾਨ ਨਾ ਹੀ ਜ਼ਿਆਦਾ ਕਠੋਰ ਹੈ ਨਾ ਹੀ ਜ਼ਿਆਦਾ ਲਚਕੀਲਾ ਹੈ। ਇਹ ਲਚਕੀਲਾ ਵੀ ਹੈ ਕਠੋਰ ਵੀ ਹੈ। ਜਿੰਨਾ ਕਿ ਇਹਨੂੰ ਕਠੋਰ ਹੋਣਾ ਚਾਹੀਦਾ ਹੈ ਉਨਾ ਕੁ ਕਠੋਰ ਹੈ, ਜਿੰਨਾ ਕੁ ਫਲੈਕਸੀਬਲ ਹੋਣਾ ਚਾਹੀਦਾ ਉਨਾ ਕੀ ਹੈ ਫਲੈਕਸੀਬਲ ਹੈ। ਨੈਕਸਟ ਦੇਖੋ, ਧਰਮ ਨਿਰਪੱਖ ਦੇਸ਼ ਹੈ। ਕਈ ਦੇਸ਼ ਹੈ ਜੋ ਇੱਕ ਰਿਲੀਜਨ ਦੇ ਅਕੋਰਡਿੰਗ ਚੱਲਦੇ, ਜਿਵੇਂ ਪਾਕਿਸਤਾਨ ਹੈ ਮੇਨਲੀ ਇਹ ਮੁਸਲਿਮ ਕੰਟਰੀ ਮੰਨੀ ਜਾਂਦੀ ਹੈ। ਅਫਗਾਨਿਸਤਾਨ ਮੁਸਲਿਮ ਕੰਟਰੀ ਮੰਨੀ ਜਾਂਦੀ ਹੈ। ਹਿੰਦੁਸਤਾਨ ਹਿੰਦੂਆਂ ਦਾ ਦੇਸ਼ ਕਿਹਾ ਜ਼ਰੂਰ ਜਾਂਦਾ ਹੈ, ਬਟ ਫਿਰ ਵੀ ਇੱਥੇ ਕੀ ਹੈ ਸਾਰੇ ਧਰਮਾਂ ਦਾ ਕੀ ਹੈ ਸਨਮਾਨ ਕੀਤਾ ਜਾਂਦਾ ਹੈ। ਬਹੁਤ ਸਾਰੇ ਧਰਮਾਂ ਦੇ ਲੋਕ ਇੱਥੇ ਹੈ ਐਂਡ ਹਰੇਕ ਜੋ ਲੋਕ ਹੈ ਹਰੇਕ ਨਾਗਰਿਕ ਨੂੰ ਕੀ ਹੈ ਆਪਦਾ ਧਰਮ ਦੀ ਪੂਜਾ ਕਰਨ ਦਾ ਕੀ ਹੈ ਹੱਕ ਹੈ। ਸੋ ਧਰਮ ਨਿਰਪੱਖ ਦੇਸ਼ ਹੈ। ਇਕਹਿਰੀ ਨਾਗਰਿਕਤਾ ਹੈ। ਸਿਟੀਜ਼ਨਸ਼ਿਪ ਜੋ ਆਪਣੀ ਹੈਗੀ ਹੈ ਉਹ ਹਰੇਕ ਨਾਗਰਿਕ ਨੂੰ ਕੀ ਹੈ ਸਿੰਗਲ ਸਿਟੀਜ਼ਨਸ਼ਿਪ ਪ੍ਰੋਵਾਈਡ ਕੀਤੀ ਜਾਂਦੀ ਹੈ। ਸਿਰਫ ਇਹ ਕਿਹਾ ਜਾਂਦਾ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ। ਜੋ ਕਈ ਕੰਟਰੀਜ਼ ਹੁੰਦੀਆਂ ਉਹਨਾਂ ਵਿੱਚ ਡੂਅਲ ਸਿਟੀਜ਼ਨਸ਼ਿਪ ਹੁੰਦੀ ਹੈ, ਲਾਈਕ ਸਟੇਟ ਦੀ ਸਿਟੀਜ਼ਨਸ਼ਿਪ ਅਲੱਗ ਹੁੰਦੀ ਹੈ, ਦੇਸ਼ ਦੀ ਸਿਟੀਜ਼ਨਸ਼ਿਪ ਅਲੱਗ ਹੁੰਦੀ ਹੈ। ਬਟ ਆਪਣੇ ਇੱਥੇ ਸਟੇਟ ਦੀ ਕੋਈ ਸਿਟੀਜ਼ਨਸ਼ਿਪ ਨਹੀਂ ਕਹੀ ਜਾਂਦੀ, ਸਿਰਫ ਕੰਟਰੀ ਦੀ ਹੀ ਕਹੀ ਜਾਂਦੀ ਹੈ। ਸੋ ਸਿੰਗਲ ਸਿਟੀਜ਼ਨਸ਼ਿਪ ਪ੍ਰੋਵਾਈਡ ਕੀਤੀ ਜਾਂਦੀ ਹੈ ਇੰਡੀਆ ਵਿੱਚ। ਸੰਵਿਧਾਨਿਕ ਸੋਧ, ਯਾਨੀ ਜੋ ਆਪਣਾ ਕੌਨਸਟੀਟਿਊਸ਼ਨ ਹੈ ਉਹਦੇ ਵਿੱਚ ਸਮੇਂ-ਸਮੇਂ 'ਤੇ ਕੀ ਹੈ ਸੋਧਾਂ ਕੀਤੀਆਂ ਜਾ ਸਕਦੀਆਂ, ਅਮੈਂਡਮੈਂਟ ਕੀਤੀਆਂ ਜਾ ਸਕਦੀਆਂ। ਸੰਘੀ ਢਾਂਚਾ ਯਾਨੀ ਕਿ ਆਪਣੇ 2 ਤਰ੍ਹਾਂ ਦੀਆਂ ਸਰਕਾਰਾਂ ਬਣਦੀਆਂ। ਸਟੇਟ ਗੌਰਮੈਂਟ ਅਲੱਗ ਹੁੰਦੀ ਹੈ, ਸੈਂਟਰ ਗੌਰਮੈਂਟ ਅਲੱਗ ਹੁੰਦੀ ਹੈ। ਸਟੇਟ ਗੌਰਮੈਂਟ ਕੋਲੇ ਅਲੱਗ ਪਾਵਰਸ ਹੈ, ਸੈਂਟਰ ਗੌਰਮੈਂਟ ਕੋਲੇ ਅਲੱਗ ਪਾਵਰਸ ਹੈ। ਸੋ ਜੋ ਇੰਡੀਅਨ ਕੌਨਸਟੀਟਿਊਸ਼ਨ ਹੈ ਉਹਦੇ ਵਿੱਚ ਕੀ ਹੈ ਇੰਡੀਆ ਦਾ ਸੰਵਿਧਾਨ ਜੋ ਹੈ ਉਹਦੇ ਵਿੱਚ ਸਰਕਾਰ ਚਲਾਉਣ ਲਈ ਕੀ ਹੈ ਸੰਘੀ ਢਾਂਚਾ ਅਪਣਾਇਆ ਜਾਂਦਾ ਹੈ। ਆਪਾਤਕਾਲੀਨ ਸ਼ਕਤੀਆਂ, ਯਾਨੀ ਜੋ ਆਪਣੀ ਸਰਕਾਰ ਹੈ ਸੈਂਟਰ ਗੌਰਮੈਂਟ ਹੈ ਉਹਦੇ ਕੋਲ ਕੀ ਹੈ ਐਮਰਜੈਂਸੀ ਪਾਵਰਸ ਹੈ, ਯਾਨੀ ਦੇਸ਼ ਦੇ ਕੋਈ ਬਾਹਰੀ ਜਾਂ ਅੰਦਰੂਨੀ ਸੰਕਟ ਆਉਣ 'ਤੇ ਕੀ ਹੈ ਜੋ ਰਾਸ਼ਟਰਪਤੀ ਹੈ
जो अपनी सेंटर गवर्नमेंट है वो की सारे देश विच एमरजेंसी लगा सकते हैं या फिर एक स्टेट विच भी की है एमरजेंसी लगा सकते हैं। सो आपातकालीन शक्तियाँ भी हैं, बालग मताधिकार है यानी 18+ जिन्ने बालग है वो सारे की है वोट डाल सकते हैं तो अपनी सरकार चूज़ कर सकते हैं। सुतंत्र अते निरपक्ष न्यायपालिका, सुतंत्र ते निरपक्ष न्यायपालिका का मतलब है कि जो अपनी जुडिशरी है, जो अपना लॉ एंड ऑर्डर है वो कि सब तो उच्च है, उहदे ते किसी भी तरह का कोई दबाव नहीं डालिया जा सकता, वो निरपक्ष होकर फैसले लेगी। सुतंत्र का मतलब है कि वो किसी के अंडर नहीं है, ना ही प्रेजिडेंट दे ना ही PM दे। जो अपनी जुडिशरी है इंडियन जुडिशरी वो किसी भी तरह के पदवी दे या किसी भी तरह के इंसान के अंडर नहीं है, वो एक की है बिल्कुल अलग सिस्टम है जिहदे ते की है किसी भी तरह का कोई भी दबाव नहीं डाल सकता ते वो की है निरपक्ष होके फैसले लैंदी है। मौलिक अधिकार ते मौलिक कर्तव्य यानी जो अपना देश है, अपना कॉन्स्टिट्यूशन है, ਉਹਦੇ ਵਿੱਚ ਨਾਗਰਿਕਾਂ ਨੂੰ ਅਧਿਕਾਰ ਵੀ ਮਿਲੇ ਹੋਏ ਆ ਤੇ ਉਹਨਾਂ ਦੇ ਨਾਲ ਕੀ ਹੈ ਕੁਝ ਫਰਜ਼ ਵੀ ਹੈ ਦੇਸ਼ ਦੇ ਲਈ। ਸੋ ਜਿਹੜੇ ਨਾਗਰਿਕ ਹੈ ਉਹਨਾਂ ਨੂੰ ਆਪਣੇ जो फर्ज है वो भी निभाएंगे तो उन्होंने देश भी की है अधिकार देगा। सो ये कुछ अपने इंडियन कॉन्स्टिट्यूशन के फीचर्स सी, विशेषतावां सी। हुण आपां MCQ स्टार्ट करते हैं। अज दा फर्स्ट क्वेश्चन देखो, संविधान सभा के प्रधान सन, जो अपनी संविधान सभा बनाई गई सी, संविधान नूं बनाउण दे लई एक संविधान सभा का गठन किया गया सी, कॉन्स्टिट्यूशन असैंबली का गठन किया गया सी। उस सभा के प्रेजिडेंट यानी प्रधान कौन सन? पंडित जवाहर लाल नेहरू, महात्मा गांधी, डॉक्टर राजेंद्र प्रसाद या फिर डॉक्टर BR अंबेडकर जी। सो जो संविधान सभा सी, संविधान सभा के जो प्रधान सी वो सी डॉक्टर राजेंद्र प्रसाद जी। सो C ऑप्शन अपना की होएगा करैक्ट होएगा कि संविधान सभा के प्रधान डॉक्टर राजेंद्र प्रसाद सन। नैक्सट क्वेश्चन देखो, संविधान लिखन वाली कमेटी के प्रधान। हुण संविधान सभा जो सी ਉਹਦੇ ਵਿੱਚ एक संविधान लिखन ਲਈ ਜਿਹੜੀ कमेटी बनाई गई सी ਜਿਹਨੂੰ खरड़ा कमेटी या मसौदा कमेटी भी कहा जाता है। सो उस कमेटी के प्रधान कौन सन? डॉक्टर अंबेडकर, महात्मा गांधी, डॉक्टर राजेंद्र प्रसाद या फिर इन्हां विचों कोई नहीं। सो संविधान लिखन वाली जो कमेटी सी मसौदा कमेटी, उस कमेटी के प्रधान सी डॉक्टर भीमराव अंबेडकर, डॉक्टर BR अंबेडकर जी। सो ये ऑप्शन अपनी की है बिल्कुल करैक्ट होएगी। नैक्सट क्वेश्चन देखो, लिखती प्रस्तावना का विचार किहड़े देश तो लिया गया है? कल आपां कुछ बोरोड फीचर्स पढ़े सी कि अपना जो भारतीय संविधान है ਉਹਨੂੰ लिखण तो पहला किसी बहुत सारे देशों का संविधान पढ़िया गया सी ते उन्हां देशों के संविधान के जो जो फीचर्स अच्छे लगे सी उन्होंने अपने कॉन्स्टिट्यूशन विच ऐड किया गया सी। सो जो लिखती प्रस्तावना का जो लिखती प्रस्तावना का विचार है किहड़े देश तो लिया गया? UK तो, USA तो, ऑस्ट्रेलिया तो या फिर फ्रांस तो। सो जो लिखती प्रस्तावना का विचार है, विचार सी ये विचार USA तो बोरो किया गया सी। सो B अपना की होएगा करैक्ट आंसर होएगा कि जो प्रस्तावना है उन्होंने रिटन फॉर्म विच यानी अपने जो कॉन्स्टिट्यूशन का फर्स्ट पेज है वो प्रस्तावना तो प्रिएम्बल तो ही स्टार्ट होंदा है। सो प्रस्तावना रिटन रूप विच होनी चाहिए है। यह जो विचार से यह आपां किहड़े देश तो लिया सी? USA तो लिया सी। नैक्सट क्वेश्चन देखो, प्रस्तावना विच हुण तक कुल किन्नियां सोधां हो चुकियां हन? प्रस्तावना दे विच जो अपना प्रिएम्बल है भारतीय संविधान का उहदे विच हुण तक किन्नियां सोधां हो चुकियां हन? सो जो प्रस्तावना है उहदे विच हुण तक सिर्फ एक सोध हुई है। सो D ऑप्शन अपना की होएगा करैक्ट होएगा कि भारतीय संविधान की प्रस्तावना विच अज तक सिर्फ इक्को एक सोध हुई है। नैक्सट देखो, भारतीय संविधान लिखन समय किन्ने देशों का संविधान पढ़िया गया? बहुत ही इंपॉर्टेंट क्वेश्चन है कि भारतीय संविधान लिखन समय किन्ने होर देशों का संविधान पढ़िया गया सी? 70, 60, 40 या फिर 50। सो भारतीय संविधान लिखन समय 60 देशों का संविधान पढ़िया गया सी। टोटल 60 देश यानी B ऑप्शन अपना की है करैक्ट है
कि ਭਾਰਤੀ ਸੰਵਿਧਾਨ ਲਿਖਣ ਤੋਂ ਪਹਿਲਾਂ 60 ਅਲੱਗ-ਅਲੱਗ ਦੇਸ਼ਾਂ ਦਾ ਸੰਵਿਧਾਨ ਪੜ੍ਹਿਆ ਗਿਆ, ਉਹਦੇ ਤੇ ਵਿਚਾਰ ਕੀਤਾ ਗਿਆ, ਫਿਰ ਫੀਚਰਸ ਨੂੰ ਕੀ ਹੈ ਅਡਾਪਟ ਕੀਤਾ ਗਿਆ ਤੇ ਆਪਣਾ ਸੰਵਿਧਾਨ ਲਿਖਿਆ ਗਿਆ। ਨੈਕਸਟ ਕੁਐਸਚਨ, ਭਾਰਤੀ ਸੰਵਿਧਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ? ਭਾਰਤ ਦੇ ਵਿੱਚ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ, ਕਿਸ ਦਿਨ ਮਨਾਇਆ ਜਾਂਦਾ ਹੈ? 27 ਨਵੰਬਰ, 26 ਜਨਵਰੀ, 15 ਅਗਸਤ ਜਾਂ ਫਿਰ 26 ਨਵੰਬਰ। ਸੋ ਆਪਾਂ ਪੜ੍ਹ ਚੁੱਕੇ ਹਾਂ ਕਿ 26 ਨਵੰਬਰ 1949 ਵਿੱਚ ਆਪਣਾ ਜੋ ਸੰਵਿਧਾਨ ਸੀ ਉਹਦੇ ਤੇ ਕੌਂਸਟੀਟਿਊਸ਼ਨ ਅਸੈਂਬਲੀ ਨੇ ਸਾਈਨ ਕਰਕੇ ਉਹਨੂੰ ਕੀ ਹੈ ਐਕਵਾਇਰ ਕਰ ਲਿਆ ਸੀ। ਸੋ 26 ਨਵੰਬਰ ਨੂੰ ਹੀ ਕੀ ਹੈ ਸੰਵਿਧਾਨ ਦਿਵਸ ਇੰਡੀਆ ਵਿੱਚ ਮਨਾਇਆ ਜਾਂਦਾ ਹੈ। 26 ਜਨਵਰੀ ਨੂੰ ਤਾਂ ਆਪਾਂ ਰਿਪਬਲਿਕ ਡੇ ਮਨਾਉਂਦੇ ਹਾਂ, 15 ਅਗਸਤ ਨੂੰ ਆਪਾਂ ਇੰਡੀਪੈਂਡੈਂਸ ਡੇ ਮਨਾਉਂਦੇ ਹਾਂ ਐਂਡ 27 ਨਵੰਬਰ ਐਸਾ ਕੋਈ ਖਾਸ ਡੇ ਹੈ ਨਹੀਂ। ਸੋ 26 ਨਵੰਬਰ ਸੋ ਆਪਣਾ ਜੋ ਕੌਂਸਟੀਟਿਊਸ਼ਨਲ ਡੇ ਹੈ, ਜੋ ਸੰਵਿਧਾਨ ਦਿਵਸ ਹੈ ਇੰਡੀਆ ਦਾ, ਉਹ ਕਦੋਂ ਮਨਾਇਆ ਜਾਂਦਾ ਹੈ? 26 ਨਵੰਬਰ ਨੂੰ। ਡੀ ਆਪਸ਼ਨ ਕੀ ਹੈ ਕਰੈਕਟ ਹੋਏਗਾ। ਨੈਕਸਟ ਕੁਐਸਚਨ, ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੀਂ ਸੋਧ ਕਦੋਂ ਹੋਈ? ਜੋ ਆਪਣੀ ਸੰਵਿਧਾਨ ਦੀ ਪ੍ਰੀਐਂਬਲ ਹੈ, ਪ੍ਰਸਤਾਵਨਾ ਹੈ, ਉਹਦੇ ਵਿੱਚ ਅੱਜ ਤੱਕ ਸਿਰਫ ਇੱਕ ਸੋਧ ਹੋਈ ਹੈ, ਜਿਹੜੀ ਸੋਧ ਕੀ ਹੈ 42ਵੀਂ ਸੋਧ ਹੈ। ਉਹ ਕਦੋਂ ਹੋਈ? 1976 ਵਿੱਚ, 1973 ਵਿੱਚ, 74 ਵਿੱਚ ਜਾਂ ਫਿਰ 78 ਵਿੱਚ। ਸੋ ਜਿਹੜੀ 42ਵੀਂ ਸੋਧ ਹੋਈ ਹੈ ਆਪਣੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਉਹ ਹੋਈ ਹੈ 1976 ਵਿੱਚ। ਇਹ ਆਪਸ਼ਨ ਆਪਣਾ ਕੀ ਹੋਏਗਾ ਕਰੈਕਟ ਹੋਏਗਾ ਕਿ 1976 ਵਿੱਚ 42ਵੀਂ ਸੋਧ ਹੋਈ ਸੀ ਪ੍ਰਸਤਾਵਨਾ ਵਿੱਚ, ਜੋ ਕਿ ਅੱਜ ਤੱਕ ਦੀ ਇਕਲੌਤੀ ਸੋਧ ਹੈ ਆਪਣੇ ਸੰਵਿਧਾਨ ਦੀ ਪ੍ਰੀਐਂਬਲ ਦੀ। 42ਵੀਂ ਸੋਧ 1976 ਵਿੱਚ। ਨੈਕਸਟ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਵਿੱਚ ਸੋਧ ਕਰਨ ਦੀ ਵਿਧੀ ਕਿਸ ਦੇਸ਼ ਤੋਂ ਲਈ ਗਈ ਹੈ? ਯਾਨੀ ਜੋ ਭਾਰਤੀ ਸੰਵਿਧਾਨ ਦਾ ਅਮੈਂਡਮੈਂਟ ਦਾ ਪ੍ਰੋਸੈਸ ਹੈ ਉਹ ਕਿਸ ਦੇਸ਼ ਤੋਂ ਲਿਆ ਗਿਆ ਹੈ? ਫਰਾਂਸ ਤੋਂ, ਸਾਊਥ ਅਫਰੀਕਾ, USA ਜਾਂ ਫਿਰ UK ਤੋਂ। ਸੋ ਜੋ ਭਾਰਤੀ ਸੰਵਿਧਾਨ ਵਿੱਚ ਸੋਧ ਕਰਨ ਦੀ ਵਿਧੀ ਹੈ ਉਹ ਸਾਊਥ ਅਫਰੀਕਾ ਤੋਂ ਬੋਰੋ ਕੀਤੀ ਗਈ ਹੈ। ਬੀ ਆਪਸ਼ਨ ਆਪਣਾ ਕੀ ਹੋਏਗਾ ਬਿਲਕੁਲ ਕਰੈਕਟ ਹੋਏਗਾ ਕਿ ਭਾਰਤੀ ਸੰਵਿਧਾਨ ਵਿੱਚ ਜੋ ਅਮੈਂਡਮੈਂਟ ਦਾ ਪ੍ਰੋਸੈਸ ਹੈ, ਜੋ ਵਿਧੀ ਹੈ, ਉਹ ਸਾਊਥ ਅਫਰੀਕਾ ਤੋਂ ਬੋਰੋ ਕੀਤੀ ਗਈ ਹੈ। ਬੀ ਆਪਸ਼ਨ ਕਰੈਕਟ ਹੋਏਗਾ। ਨੈਕਸਟ ਕੁਐਸਚਨ ਦੇਖੋ, ਪ੍ਰਸਤਾਵਨਾ ਦੀ ਭਾਸ਼ਾ ਯਾਨੀ ਲੈਂਗੁਏਜ ਆਫ ਪ੍ਰੀਐਂਬਲ ਕਿਹੜੀ ਕੰਟਰੀ ਤੋਂ ਬੋਰੋ ਕੀਤੀ ਹੈ? ਕਿ ਆਪਣੀ ਜੋ ਪ੍ਰਸਤਾਵਨਾ ਸ਼ੁਰੂ ਹੁੰਦੀ ਹੈ, ਅਸੀਂ ਭਾਰਤ ਦੇ ਲੋਕ, ਭਾਰਤ ਨੂੰ, ਇਸ ਤਰ੍ਹਾਂ ਦੀ ਜੋ ਭਾਸ਼ਾ ਹੈ ਕਿ ਇਸੇ ਵੇ ਨਾਲ ਹੀ ਪ੍ਰਸਤਾਵਨਾ ਲਿਖੀ ਜਾਏਗੀ, ਉਹ ਕਿਹੜੇ ਦੇਸ਼ ਤੋਂ ਬੋਰੋ ਕੀਤੀ ਗਈ ਹੈ? ਰਸ਼ੀਆ, ਆਸਟ੍ਰੇਲੀਆ, USA ਜਾਂ ਫਿਰ UK। ਸੋ ਜੋ ਇਹ ਲੈਂਗੁਏਜ ਹੈ ਆਪਣੀ ਪ੍ਰੀਐਂਬਲ ਦੀ, ਇਹ ਆਸਟ੍ਰੇਲੀਆ ਤੋਂ ਬੋਰੋ ਕੀਤੀ ਗਈ ਹੈ। ਆਸਟ੍ਰੇਲੀਆ ਤੋਂ ਇਹ ਲੈਂਗੁਏਜ ਆਫ ਕੌਂਸਟੀਟਿਊਸ਼ਨ ਆਪਣੀ ਬੋਰੋ ਕੀਤੀ ਗਈ ਹੈ ਕਿ ਇਸ ਵੇ ਦੇ ਵਿੱਚ ਹੀ ਸੰਵਿਧਾਨ ਦੀ ਪ੍ਰਸਤਾਵਨਾ ਲਿਖੀ ਜਾਏਗੀ। ਨੈਕਸਟ ਕੁਐਸਚਨ ਦੇਖੋ, ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਲਏ ਗਏ ਹਨ? ਜੋ ਆਪਣੇ ਫੰਡਾਮੈਂਟਲ ਰਾਈਟਸ ਹੈ, ਮੌਲਿਕ ਅਧਿਕਾਰ, ਜੋ ਕਿ ਆਪਣੇ ਇੰਡੀਅਨ ਕੌਂਸਟੀਟਿਊਸ਼ਨ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ, ਉਹ ਕਿਸ ਕੰਟਰੀ ਤੋਂ ਲਏ ਗਏ ਹੈ? UK ਤੋਂ, ਆਸਟ੍ਰੇਲੀਆ ਤੋਂ, USA ਤੋਂ ਜਾਂ ਫਿਰ ਆਇਰਲੈਂਡ ਤੋਂ। ਸੋ ਜੋ ਮੌਲਿਕ ਅਧਿਕਾਰ ਹੈ ਇਹ USA ਤੋਂ ਬੋਰੋ ਕੀਤੇ ਗਏ ਹੈ। ਉਹਨਾਂ ਦਾ ਇੱਕ ਹੈ ਬਿਲ ਆਫ ਰਾਈਟਸ। USA ਦੇ ਵਿੱਚ ਇੱਕ ਬਿਲ ਆਫ ਰਾਈਟ ਕਰਕੇ ਉਹਨਾਂ ਦੇ ਕੌਂਸਟੀਟਿਊਸ਼ਨ ਵਿੱਚ ਲਿਖਿਆ ਹੋਇਆ ਹੈ। ਸੋ ਉਸ ਬਿਲ ਆਫ ਰਾਈਟ ਨੂੰ ਆਪਾਂ ਇੰਡੀਅਨ ਕੌਂਸਟੀਟਿਊਸ਼ਨ ਵਿੱਚ ਫੰਡਾਮੈਂਟਲ ਰਾਈਟਸ ਕਹਿੰਦੇ ਹਾਂ। ਸੋ ਜੋ ਮੌਲਿਕ ਅਧਿਕਾਰ ਹੈ ਆਪਣੇ ਉਹ ਕਿੱਥੋਂ ਬੋਰੋ ਕੀਤੇ ਗਏ ਹੈ? USA ਤੋਂ ਬੋਰੋ ਕੀਤੇ ਗਏ ਹੈ, ਬਿਲ ਆਫ ਰਾਈਟ ਕਹਿੰਦੇ ਉੱਥੇ। ਨੈਕਸਟ ਕੁਐਸਚਨ ਦੇਖੋ, ਸੰਵਿਧਾਨ ਸਭਾ ਦਾ ਗਠਨ ਕਦੋਂ ਹੋਇਆ? ਜੋ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਬਣੀ ਸੀ ਸੰਵਿਧਾਨ ਬਣਾਉਣ ਦੇ ਲਈ, ਉਸ ਸਭਾ ਦਾ ਗਠਨ ਕਦੋਂ ਹੋਇਆ ਸੀ? ਜਨਵਰੀ 1946, ਨਵੰਬਰ 1947, ਜੁਲਾਈ 1946 ਜਾਂ ਫਿਰ ਨਵੰਬਰ 1946। ਸੋ ਜੋ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਬਣੀ ਸੀ, ਸੰਵਿਧਾਨ ਸਭਾ ਬਣੀ ਸੀ, ਉਹਦਾ ਗਠਨ ਹੋਇਆ ਸੀ ਨਵੰਬਰ 1946 ਦੇ ਵਿੱਚ। ਡੀ ਆਪਸ਼ਨ ਕੀ ਹੋਏਗਾ ਕਰੈਕਟ ਹੋਏਗਾ ਕਿ ਨਵੰਬਰ 1946 ਦੇ ਵਿੱਚ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ।
ਨੈਕਸਟ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤ ਜੋ DPSP ਹੈ, डायरेक्टिव प्रिंसिपल ऑफ स्टेट पॉलिसी यानी राज की नीति के निर्देशक सिद्धांत जो है वो किस देश तो बोरो किए गए हैं? फ्रांस तो, आयरलैंड तो, USA तो या फिर ऑस्ट्रेलिया तो। जो डायरेक्टिव प्रिंसिपल ऑफ स्टेट पॉलिसी है वो आयरलैंड तो बोरो किए गए हैं, यानी B ऑप्शन अपना की होएगा, करेक्ट होएगा। डायरेक्टिव प्रिंसिपल ऑफ स्टेट पॉलिसी आयरलैंड तो बोरो किए गए हैं। बी ऑप्शन क्या होएगा, करेक्ट होएगा। नैक्सट क्वेश्चन देखो, 42ਵੀਂ ਸੋਧ ਵਿੱਚ ਕਿਹੜੇ 3 ਸ਼ਬਦਾਂ ਨੂੰ ਪ੍ਰਸਤਾਵਨਾ ਦੇ ਵਿੱਚ ਸ਼ਾਮਿਲ ਕੀਤਾ ਗਿਆ? ਆਪਾਂ ਨੂੰ ਪਤਾ ਕਿ ਜੋ ਆਪਣੀ ਪ੍ਰੀਐਂਬਲ ਹੈ ਉਹਦੇ ਵਿੱਚ ਅੱਜ ਤੱਕ ਸਿਰਫ ਇੱਕ ਸੋਧ ਹੋਈ ਹੈ, ਜਿਹੜੀ 42ਵੀਂ ਸੋਧ 1976 ਵਿੱਚ ਹੋਈ ਸੀ। ਉਹਦੇ ਵਿੱਚ 3 ਸ਼ਬਦਾਂ ਨੂੰ ਐਡ ਕੀਤਾ ਗਿਆ ਸੀ ਪ੍ਰਸਤਾਵਨਾ ਦੇ ਵਿੱਚ। ਉਹ 3 ਸ਼ਬਦ ਕਿਹੜੇ ਹੈ? ਪ੍ਰਭੂ ਸੱਤਾ, ਸਮਾਨਤਾ, ਅਖੰਡਤਾ, समाजवादी अखंडता, प्रभु सत्ता, धर्म निरपक्ष अखंडता। सॉरी इत्थे गलत प्रिंट है, इत्थे धर्म निरपक्ष आएगा एंड समाजवादी आएगा, इत्थे समाजवादी। सो 3 शब्दां नूं ऐड किया गया सी, धर्म निरपक्ष, समाजवादी ते अखंडता। सो C ऑप्शन करेक्ट होएगा, बट इत्थे धर्म निरपक्ष नहीं है, इत्थे समाजवादी आएगा कि धर्म निरपक्ष, समाजवादी ते अखंडता इन्हां 3 शब्दां नूं 42ਵੀਂ ਸੋਧ ਦੇ ਦੁਆਰਾ ਆਪਣੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਐਡ ਕੀਤਾ ਗਿਆ ਸੀ। ਨੈਕਸਟ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਹੁਣ ਤੱਕ ਕੁੱਲ ਕਿੰਨੀਆਂ ਸੋਧਾਂ ਹੋ ਚੁੱਕੀਆਂ ਹਨ? यानी जो अपना भारतीय संविधान है ਉਹਦੇ ਵਿੱਚ ਹੁਣ ਤੱਕ ਟੋਟਲ ਕਿੰਨੀਆਂ ਸੋਧਾਂ, ਕਿੰਨੀਆਂ ਅਮੈਂਡਮੈਂਟਸ ਹੋ ਚੁੱਕੀਆਂ ਹਨ? 103, 105, 100 ਜਾਂ ਫਿਰ 104। ਭਾਰਤੀ ਸੰਵਿਧਾਨ ਵਿੱਚ ਹੁਣ ਤੱਕ ਕਿੰਨੀਆਂ ਸੋਧਾਂ ਹੋ ਚੁੱਕੀਆਂ ਹਨ? ਭਾਰਤੀ ਸੰਵਿਧਾਨ ਵਿੱਚ ਹੁਣ ਤੱਕ ਕਿੰਨੀਆਂ ਸੋਧਾਂ ਹੋ ਚੁੱਕੀਆਂ ਹਨ? ਸੋ ਭਾਰਤੀ ਸੰਵਿਧਾਨ ਵਿੱਚ ਹੁਣ ਤੱਕ ਟੋਟਲ 105 ਸੋਧਾਂ ਹੋ ਚੁੱਕੀਆਂ ਹਨ। आई थिंक मैं लास्ट लैक्चर ਵਿੱਚ ਤੁਹਾਨੂੰ 104 ਲਿਖਵਾਤਾ, दैट वुड बी मिसप्रिंटेड। सो 105 करेक्ट कर लेना कि भारतीय संविधान ਵਿੱਚ ਹੁਣ तक टोटल 105 ਸੋਧਾਂ ਹੋ ਚੁੱਕੀਆਂ। सो 105 ਸੋਧਾਂ ਹੋ ਚੁੱਕੀਆਂ ਭਾਰਤੀ ਸੰਵਿਧਾਨ ਵਿੱਚ ਹੁਣ तक। ਨੈਕਸਟ ਕੁਐਸਚਨ ਦੇਖੋ, ਅੱਜ ਦਾ ਲਾਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਬਣਨ ਵਿੱਚ ਕਿੰਨਾ ਸਮਾਂ ਲੱਗਾ? ਸੋ ਇਹ ਤਾਂ वैसे ही आपां नूं याद होना चाहिए कि भारतीय संविधान बनने में 2 साल 11 महीने ते 18 दिन का समा लगा सी। सो बी ऑप्शन विच है तीनों चीज़ां, 2 साल 11 महीने 18 दिन। सो भारतीय कॉन्स्टिट्यूशन जो अपना इंडियन कॉन्स्टिट्यूशन बनन विच 2 साल 11 महीने ते 18 दिन का कुल समा लगा सी। सो स्टूडेंट्स अज का लैक्चर इत्थे ही खत्म हुंदा है। उम्मीद करती हूँ थानू अज का लैक्चर अच्छा लगा होएगा। कल फिर मिलांगे इस टॉपिक नाल रिलेटेड कुछ होर 20 क्वेश्चंस डिस्कस करांगे। तो जेड़े बच्चों ने हजे तक साडे चैनल नू सबसक्राइब नहीं किया वो सबसक्राइब कर लो। लाइक शेयर एंड कॉमेंट करना ना भुलना, कॉमेंट करके ज़रूर दसना। तुहाडी कोई भी क्वेरी होई तुसी कॉमेंट सैक्शन विच भी लिख सकते हो, तो सानू WhatsApp ते भी कॉन्टैक्ट कर सकते हो। सो स्टूडेंट्स मिलते हैं नैक्सट लैक्चर विच।